हाँ जी दोस्तों, लेके हाजिर हाँ ਆਪਾਂ ਆਪਣੀ ਅੱਜ ਦੀ ਇੱਕ ਬਹੁਤ ਹੀ ਸੋਹਣੀ ਪਰਿਵਾਰਕ ਕਹਾਣੀ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜਦੋਂ ਜੰਗੀਰ ਸਿੰਘ ਤੇ ਰਣਜੀਤ ਕੌਰ ਦਾ ਵਿਆਹ ਹੋਇਆ ਤਾਂ ਸਾਰੇ ਪਿੰਡ ਵਿੱਚ ਗੱਲਾਂ ਹੋਈਆਂ, ਕਿਉਂਕਿ ਜੰਗੀਰ ਸਿੰਘ ਤੇ ਰਣਜੀਤ ਕੌਰ ਦੇ ਵਿਆਹ ਵਿੱਚ ਉਸਦੇ ਮਾਤਾ-ਪਿਤਾ ਨੇ ਬਹੁਤ ਰਿਸ਼ਤੇਦਾਰ ਬੁਲਾਏ ਸਨ। ਬਹੁਤ ਅਨੋਖੇ ਢੰਗ ਦਾ ਵਿਆਹ ਹੋਇਆ ਸੀ। ਜੰਗੀਰ ਸਿੰਘ ਪਿੰਡ ਦੇ ਵਿੱਚ ਹੀ ਰਹਿੰਦਾ ਸੀ। ਜੰਗੀਰ ਸਿੰਘ ਦੀ ਘਰਵਾਲੀ ਰਣਜੀਤ ਕੌਰ ਨੇ ਆਉਂਦੇ ਹੀ ਸਾਰਾ ਘਰ ਸਾਂਭ ਲਿਆ। ਸਾਰੇ ਪਿੰਡ ਵਿੱਚ ਉਸਦੀ ਖੂਬਸੂਰਤੀ ਅਤੇ ਕੰਮ ਦੀਆਂ ਤਾਰੀਫਾਂ ਹੋਣ ਲੱਗੀਆਂ। ਜੰਗੀਰ ਸਿੰਘ ਨੇ ਕਦੇ ਵੀ ਆਪਣੇ ਮਾਤਾ-ਪਿਤਾ ਨੂੰ ਕੋਈ ਵੀ ਦੁੱਖ ਨਾ ਦਿੱਤਾ। ਉਸਨੇ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਸਾਂਭ ਲਈ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਸਾਰਾ ਦਿਨ ਕੋਲੂ ਦਾ ਬੈਲ ਬਣਿਆ ਰਹਿੰਦਾ। ਰਣਜੀਤ ਕੌਰ ਵੀ ਇੱਕ ਬਹੁਤ ਸੁਚੱਜੀ ਔਰਤ ਸੀ। ਉਸਨੇ ਕਦੇ ਵੀ ਆਪਣੇ ਸੱਸ ਸਹੁਰੇ ਨਾਲ ਬੁਰਾ ਸਲੂਕ ਨਹੀਂ ਕੀਤਾ ਸੀ, ਸਗੋਂ ਉਹ ਸਾਰਾ ਦਿਨ ਆਪਣੇ ਸੱਸ ਸਹੁਰੇ ਦੀ ਸੇਵਾ ਕਰਦੀ ਰਹਿੰਦੀ। ਜੰਗੀਰ ਸਿੰਘ ਦੇ ਪਿਤਾ ਦੀ ਇਹੀ ਇੱਛਾ ਸੀ ਕਿ ਉਹ ਆਪਣੇ ਪੋਤੇ ਪੋਤੀ ਦਾ ਮੂੰਹ ਵੇਖ ਕੇ ਜਾਵੇ। ਜੰਗੀਰ ਸਿੰਘ ਦੇ ਵਿਆਹ ਤੋਂ 3 ਸਾਲ ਬਾਅਦ ਰਣਜੀਤ ਕੌਰ ਦੀ ਕੁੱਖੋਂ ਇੱਕ ਬਹੁਤ ਸੋਹਣੇ ਪੁੱਤਰ ਦਾ ਜਨਮ ਹੋਇਆ। ਪੁੱਤਰ ਦੇ ਜਨਮ ਤੇ ਉਹਨਾਂ ਨੇ ਬਹੁਤ ਖੁਸ਼ੀਆਂ ਮਨਾਈਆਂ। ਸਾਰੇ ਪਿੰਡ ਵਿੱਚ ਲੱਡੂ ਵੰਡੇ। ਜੰਗੀਰ ਸਿੰਘ ਦਾ ਪਿਓ ਆਪਣੇ ਪੋਤੇ ਦੀ ਆਮਦ ਤੇ ਇੰਨਾ ਖੁਸ਼ ਹੋਇਆ ਕਿ ਉਹਨੇ ਆਪਣੇ ਹਿੱਸੇ ਆਉਂਦੀ ਜ਼ਮੀਨ ਆਪਣੇ ਪੋਤੇ ਦੇ ਨਾਮ ਕਰ ਦਿੱਤੀ। ਭਾਵੇਂ ਕਿ ਰਿਸ਼ਤੇਦਾਰਾਂ ਨੇ ਉਸਨੂੰ ਕਿਹਾ ਕਿ ਤੂੰ ਅਜੇ ਜ਼ਮੀਨ ਆਪਣੇ ਪੋਤੇ ਦੇ ਨਾਮ ਨਾ ਕਰ, ਤੈਨੂੰ ਜ਼ਮੀਨ ਆਪਣੇ ਪੁੱਤਰ ਨੂੰ ਦੇਣੀ ਚਾਹੀਦੀ ਹੈ। ਜਦੋਂ ਤੇਰਾ ਪੁੱਤਰ ਬੁਢਾਪੇ ਵਿੱਚ ਆਵੇਗਾ ਤਾਂ ਇਸ ਦੇ ਪੁੱਤ ਨੇ ਜ਼ਮੀਨ ਦੇ ਲਾਲਚ ਵਿੱਚ ਹੀ ਇਸ ਨੂੰ ਰੋਟੀ ਦੇਣੀ ਹੈ। ਪਰ ਜੰਗੀਰ ਸਿੰਘ ਕਹਿਣ ਲੱਗਾ ਕਿ ਨਹੀਂ, ਇਹ ਨਹੀਂ ਹੋ ਸਕਦਾ। ਜੇ ਸਾਡੇ ਕਰਮਾਂ ਵਿੱਚ ਸੁੱਖ ਹੋਇਆ ਤਾਂ ਸਾਡਾ ਮੁੰਡਾ ਬਿਨਾਂ ਜ਼ਮੀਨ ਤੋਂ ਹੀ ਸਾਨੂੰ ਰੋਟੀ ਦੇ ਦੇਵੇਗਾ ਅਤੇ ਸਾਡੀ ਇੱਜ਼ਤ ਕਰੇਗਾ। ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਿ ਮੇਰੇ ਪਾਪਾ ਨੇ ਜ਼ਮੀਨ ਮੇਰੇ ਪੁੱਤ ਦੇ ਨਾਂ ਕਰ ਦਿੱਤੀ ਹੈ। ਹੁਣ ਜੰਗੀਰ ਸਿੰਘ ਦਾ ਪੁੱਤ 5 ਸਾਲ ਦਾ ਹੋ ਗਿਆ ਸੀ ਅਤੇ ਉਹਨਾਂ ਨੇ ਵਧੀਆ ਸਕੂਲ ਵਿੱਚ ਉਸਨੂੰ ਪੜ੍ਹਨ ਲਾ ਦਿੱਤਾ। ਰਣਜੀਤ ਕੌਰ ਆਪ ਭਾਵੇਂ ਬਹੁਤੀ ਪੜ੍ਹੀ ਲਿਖੀ ਨਹੀਂ ਸੀ, ਪਰ ਫਿਰ ਵੀ ਉਹ ਆਪਣੇ ਸਕੂਲੋਂ ਆਏ ਪੁੱਤ ਨੂੰ ਜਿੰਨਾ ਵੀ ਹੋ ਸਕਦਾ ਪੜ੍ਹਾਉਂਦੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੁੱਤ ਪੜ੍ਹਾਈ ਵਿੱਚ ਹੁਸ਼ਿਆਰ ਹੈ ਤਾਂ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਅਸੀਂ ਆਪਣੇ ਮੁੰਡੇ ਨੂੰ ਵਧੀਆ ਪੜ੍ਹਾਵਾਂਗੇ। ਉਹਨਾਂ ਨੇ ਆਪਣੇ ਵੱਸੋਂ ਬਾਹਰ ਖਰਚਾ ਕਰਕੇ ਆਪਣੇ ਪੁੱਤ ਨੂੰ ਵਧੀਆ ਪੜ੍ਹਾਇਆ। 10ਵੀਂ ਕਰਨ ਤੋਂ ਬਾਅਦ ਜੰਗੀਰ ਸਿੰਘ ਦਾ ਪੁੱਤਰ ਕਹਿੰਦਾ, ਪਾਪਾ ਮੈਂ ਸ਼ਹਿਰ ਪੜ੍ਹਨ ਲੱਗਣਾ ਹੈ। ਜੰਗੀਰ ਸਿੰਘ ਅਤੇ ਰਣਜੀਤ ਕੌਰ ਨੇ ਉਸ ਨੂੰ ਸ਼ਹਿਰ ਦੇ ਵੱਡੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। +2 ਤੋਂ ਬਾਅਦ ਉਹਨਾਂ ਦਾ ਦਾਖਲਾ ਕਾਲਜ ਦੇ ਵਿੱਚ ਹੋ ਗਿਆ। ਕਾਲਜ ਦੀ ਪੜ੍ਹਾਈ ਪੂਰੇ ਹੁੰਦੇ ਹੀ ਉਹ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗਾ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਜੰਗੀਰ ਸਿੰਘ ਅਤੇ ਰਣਜੀਤ ਕੌਰ ਬੈਠੇ ਸੋਚਦੇ ਕਿ ਅਜੇ ਕੱਲ੍ਹ ਦੀ ਤਾਂ ਗੱਲ ਹੈ ਜਦੋਂ ਸਾਡਾ ਵਿਆਹ ਹੋਇਆ ਸੀ, ਹੁਣ ਸਾਡਾ ਪੁੱਤਰ ਵੀ ਵਿਆਹੁਣ ਜੋਗਾ ਹੋ ਗਿਆ ਹੈ। ਰਣਜੀਤ ਕੌਰ ਆਪਣੇ ਪੁੱਤਰ ਦੇ ਵਿਆਹ ਨੂੰ ਲੈ ਕੇ 100 ਸੁਪਨੇ ਵੇਖਦੀ ਅਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਮੈਂ ਆਪਣੀ ਪਸੰਦ ਦੀ ਨੂੰਹ ਲੈ ਕੇ ਆਵਾਂਗੀ ਅਤੇ ਉਸ ਨੂੰ ਹਮੇਸ਼ਾ ਇਸ ਘਰ ਦੀ ਰਾਣੀ ਬਣਾ ਕੇ ਰੱਖਾਂਗੀ। ਇੱਕ ਦਿਨ ਰਣਜੀਤ ਕੌਰ ਦਾ ਪੁੱਤਰ ਆਪਣੀ ਮਾਂ ਦੇ ਕੋਲ ਬੈਠ ਕੇ ਰੋਟੀ ਖਾ ਰਿਹਾ ਸੀ ਅਤੇ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ, ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ, ਤੁਸੀਂ ਇਹ ਗੱਲ ਮੇਰੇ ਪਾਪਾ ਨਾਲ ਕਰਿਓ। ਤਾਂ ਉਹ ਕਹਿਣ ਲੱਗੀ ਕਿ ਦੱਸੋ ਪੁੱਤਰ, ਕੀ ਗੱਲ ਕਰਨੀ ਹੈ। ਤਾਂ ਰਣਜੀਤ ਕੌਰ ਦਾ ਪੁੱਤਰ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਜਿਸ ਕੰਪਨੀ ਵਿੱਚ ਕੰਮ ਕਰਦਾ ਹਾਂ ਉੱਥੇ ਇੱਕ ਕੁੜੀ ਹੈ ਜਿਸ ਨੂੰ ਮੈਂ ਪਸੰਦ ਕਰਦਾ ਹਾਂ ਅਤੇ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਤਾਂ ਰਣਜੀਤ ਕੌਰ ਬਹੁਤ ਖੁਸ਼ ਹੋਈ ਅਤੇ ਕਹਿਣ ਲੱਗੀ ਕਿ ਪੁੱਤ, ਤੂੰ ਤਾਂ ਸਾਡਾ ਪੂਰਾ ਬੋਝ ਹੀ ਹਲਕਾ ਕਰ ਦਿੱਤਾ। ਜੇ ਤੈਨੂੰ ਕੁੜੀ ਪਸੰਦ ਹੈ ਤਾਂ ਫਿਰ ਦੇਰੀ ਕਿਸ ਗੱਲ ਦੀ, ਅਸੀਂ ਖੁਦ ਤੇਰਾ ਵਿਆਹ ਕਰਨਾ ਚਾਹੁੰਦੇ ਹਾਂ। 2 ਮਹੀਨਿਆਂ ਦੇ ਵਿੱਚ ਹੀ ਜੰਗੀਰ ਸਿੰਘ ਤੇ ਰਣਜੀਤ ਕੌਰ ਨੇ ਆਪਣੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਘਰ ਦੇ ਵਿੱਚ ਰੌਣਕਾਂ ਲੱਗ ਗਈਆਂ। ਜੰਗੀਰ ਸਿੰਘ ਅਤੇ ਰਣਜੀਤ ਕੌਰ ਦੇ ਧਰਤੀ ਪੈਰ ਨਹੀਂ ਸੀ ਲੱਗ ਰਹੇ। ਜੰਗੀਰ ਸਿੰਘ ਅਤੇ ਰਣਜੀਤ ਕੌਰ ਨੇ ਆਪਣੇ ਪੁੱਤ ਦੇ ਵਿਆਹ ਵਿੱਚ ਕੋਈ ਕਮੀ ਨਾ ਛੱਡੀ। ਉਹਨਾਂ ਨੇ ਪੂਰੀ ਧੂਮ-ਧਾਮ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ। ਨੂੰਹ ਵਿਆਹ ਕੇ ਘਰ ਆ ਗਈ, ਪਰ 1 ਮਹੀਨੇ ਬਾਅਦ ਹੀ ਉਹਨਾਂ ਦੀ ਪੜ੍ਹੀ ਲਿਖੀ ਸ਼ਹਿਰ ਦੀ ਰਹਿਣ ਵਾਲੀ ਨੂੰਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਮੈਂ ਪਿੰਡ ਵਿੱਚ ਨਹੀਂ ਰਹਿ ਸਕਦੀ, ਮੈਂ ਸ਼ਹਿਰ ਵਿੱਚ ਰਹਿਣਾ ਹੈ। ਰਣਜੀਤ ਕੌਰ ਨੇ ਗੱਲ ਵੋਚਦਿਆਂ
ਆਪਣੇ ਪੁੱਤਰ ਨੂੰ ਕਹਿ ਦਿੱਤਾ ਕਿ ਪੁੱਤਰ ਠੀਕ ਹੈ, ਤੁਸੀਂ ਰੋਜ਼ ਡਿਊਟੀ ਤੋਂ ਆਉਂਦੇ ਜਾਂਦੇ ਹੋ, ਵੇਲਾ ਕੁਵੇਲਾ ਹੋ ਜਾਂਦਾ ਹੈ, ਤੁਸੀਂ ਸ਼ਹਿਰ ਵਿੱਚ ਰਹਿ ਲਵੋ। ਤਾਂ ਉਹਨਾਂ ਦਾ ਪੁੱਤਰ ਕਹਿਣ ਲੱਗਾ ਕਿ ਮਾਂ, ਮੈਂ ਤੁਹਾਨੂੰ ਛੱਡ ਕੇ ਸ਼ਹਿਰ ਵਿੱਚ ਨਹੀਂ ਰਹਿਣਾ। ਪਰ ਰਣਜੀਤ ਕੌਰ ਕਹਿਣ ਲੱਗੀ, ਨਾ ਪੁੱਤ, ਅਸੀਂ ਕਿਹੜਾ ਤੇਰੇ ਤੋਂ ਦੂਰ ਆ, ਅਸੀਂ ਪਿੰਡ ਦੇ ਵਿੱਚ ਠੀਕ ਆ। ਜਦੋਂ ਸਾਨੂੰ ਲੱਗਿਆ ਕਿ ਸਾਡੇ ਤੋਂ ਪਿੰਡ ਵਿੱਚ ਇਕੱਲੇ ਨਹੀਂ ਰਿਹਾ ਜਾਂਦਾ ਤਾਂ ਅਸੀਂ ਤੇਰੇ ਕੋਲ ਸ਼ਹਿਰ ਵਿੱਚ ਆ ਜਾਵਾਂਗੇ। ਰਣਜੀਤ ਕੌਰ ਦਾ ਪੁੱਤਰ ਅਤੇ ਨੂੰਹ ਸ਼ਹਿਰ ਵਿੱਚ ਸ਼ਿਫਟ ਹੋ ਗਏ। ਉਸ ਦੀ ਨੂੰਹ ਦੇ ਪੇਕੇ ਉਸੇ ਸ਼ਹਿਰ ਵਿੱਚ ਹੀ ਰਹਿੰਦੇ ਸੀ। ਬਸ ਫਿਰ ਰਣਜੀਤ ਕੌਰ ਦੀ ਨੂੰਹ ਨੇ ਮੁੜ ਕੇ ਕਦੇ ਵੀ ਆਪਣੇ ਸਹੁਰੇ ਪਿੰਡ ਵੱਲ ਨਾ ਵੇਖਿਆ। ਸ਼ਹਿਰ ਵਿੱਚ ਉਹ ਆਪਣੇ ਪੇਕੇ ਅਤੇ ਭੈਣਾਂ ਨਾਲ ਵਰਤਦੀ। ਉਸਨੇ ਕਦੇ ਵੀ ਆਪਣੇ ਸੱਸ ਸਹੁਰੇ ਨੂੰ ਫੋਨ ਤੱਕ ਨਹੀਂ ਸੀ ਕੀਤਾ, ਮਿਲਣਾ ਤਾਂ ਦੂਰ। ਹੌਲੀ ਹੌਲੀ ਰਣਜੀਤ ਕੌਰ ਅਤੇ ਜੰਗੀਰ ਸਿੰਘ ਵੀ ਸਮਝ ਗਏ ਕਿ ਉਹਨਾਂ ਦੀ ਨੂੰਹ ਉਹਨਾਂ ਨੂੰ ਕੋਈ ਬਹੁਤਾ ਪਸੰਦ ਨਹੀਂ ਕਰਦੀ। ਬਸ ਉਹ ਉਦੋਂ ਹੀ ਆਪਣੇ ਸੱਸ ਸਹੁਰੇ ਨੂੰ ਬੁਲਾਉਂਦੀ ਜਦੋਂ ਉਸਨੂੰ ਕੋਈ ਕੰਮ ਹੁੰਦਾ ਜਾਂ ਲੋਕਾਂ ਵਜੋਂ ਇਹ ਵਿਖਾਉਣਾ ਹੁੰਦਾ ਕਿ ਮੈਂ ਆਪਣੇ ਸੱਸ ਸਹੁਰੇ ਦਾ ਮੋਹ ਕਰਦੀ ਹਾਂ। ਦੀਵਾਲੀ ਦੇ ਦਿਨ ਨੇੜੇ ਆ ਰਹੇ ਸਨ। ਰਣਜੀਤ ਕੌਰ ਆਪਣੇ ਘਰ ਵਿੱਚ ਦੀਵਾਲੀ ਦੀ ਸਫਾਈ ਕਰ ਰਹੀ ਸੀ। ਸਫਾਈ ਕਰਦੇ ਕਰਦੇ ਉਹ ਸੋਚ ਰਹੀ ਸੀ ਕਿ ਮੇਰੀ ਵੀ ਕੀ ਬੁਢਾਪੇ ਦੀ ਉਮਰ ਆ ਗਈ ਹੈ, ਸਾਰੀ ਉਮਰ ਮੇਰੇ ਕੰਮ ਹੀ ਨਾ ਮੁੱਕੇ। ਕੰਮ ਕਰਦੇ ਕਰਦੇ ਉਸਨੂੰ ਉਸਦੇ ਪੁੱਤਰ ਦਾ ਫੋਨ ਆਇਆ। ਉਸਦਾ ਪੁੱਤਰ ਕਹਿੰਦਾ, ਮਾਂ, ਕੀ ਹਾਲ ਚਾਲ ਹੈ? ਆਪਣੇ ਪੁੱਤ ਦੇ ਮੂੰਹੋਂ ਹਾਲ ਚਾਲ ਵਾਲੀ ਗੱਲ ਸੁਣ ਕੇ ਰਣਜੀਤ ਕੌਰ ਦਾ ਚਿਹਰਾ ਖਿੜ ਗਿਆ ਅਤੇ ਕਹਿਣ ਲੱਗੀ, ਪੁੱਤ, ਮੈਂ ਬਿਲਕੁਲ ਠੀਕ ਠਾਕ ਹਾਂ, ਤੂੰ ਦੱਸ ਕਿਵੇਂ ਹੈ? ਤਾਂ ਉਹ ਕਹਿੰਦਾ, ਮਾਂ, ਮੈਂ ਵੀ ਠੀਕ ਹਾਂ। ਮਾਂ, ਮੈਂ ਤਾਂ ਤੈਨੂੰ ਇਸ ਲਈ ਫੋਨ ਕੀਤਾ ਸੀ ਕਿ ਪਰਸੋਂ ਤੇਰੇ ਪੋਤੇ ਦਾ ਜਨਮ ਦਿਨ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਪੁੱਤਰ ਦੇ ਜਨਮ ਦਿਨ ਤੇ ਆਵੋ। ਮੈਂ ਤੇ ਤੇਰੀ ਨੂੰਹ ਤੁਹਾਨੂੰ ਕੱਲ ਨੂੰ ਲੈਣ ਆਵਾਂਗੇ। ਤੁਸੀਂ ਟਾਈਮ ਸਿਰ ਤਿਆਰ ਹੋ ਜਾਣਾ। ਰਣਜੀਤ ਕੌਰ ਨੇ ਕਿਹਾ, ਠੀਕ ਆ ਪੁੱਤ, ਜਦੋਂ ਵੀ ਤੇਰੇ ਪਾਪਾ ਘਰ ਆਉਣਗੇ ਤਾਂ ਮੈਂ ਉਹਨਾਂ ਨੂੰ ਕਹਿ ਦੇਵਾਂਗੀ। ਉਸ ਤੋਂ ਬਾਅਦ ਰਣਜੀਤ ਕੌਰ ਦਾ ਪੁੱਤਰ ਫੋਨ ਕੱਟ ਦਿੰਦਾ ਹੈ। ਆਪਣੇ ਪੁੱਤਰ ਦੀ ਇਹ ਮੋਹ ਭਰੀ ਆਵਾਜ਼ ਸੁਣ ਕੇ ਰਣਜੀਤ ਕੌਰ ਆਪਣਾ ਸਾਰਾ ਦੁੱਖ ਦਰਦ ਭੁੱਲ ਗਈ ਅਤੇ ਦਿਲ ਵਿੱਚ ਸੋਚਣ ਲੱਗੀ ਕਿ ਕਿੰਨਾ ਚੰਗਾ ਹੈ ਮੇਰਾ ਪੁੱਤ, ਆਪਣੇ ਪੁੱਤ ਦੇ ਜਨਮ ਦਿਨ ਵੇਲੇ ਸਾਨੂੰ ਹਮੇਸ਼ਾ ਯਾਦ ਰੱਖਦਾ ਹੈ। ਇਹ ਸੋਚਦੇ ਸੋਚਦੇ ਉਹ ਫਟਾਫਟ ਕੰਮ ਨਿਬੇੜਨ ਲੱਗੀ। ਸ਼ਾਮ ਤੱਕ ਉਹਨੇ ਘਰ ਦੀ ਸਫਾਈ ਦਾ ਸਾਰਾ ਕੰਮ ਨਿਬੇੜ ਦਿੱਤਾ ਸੀ। ਸ਼ਾਮ ਨੂੰ ਜਦੋਂ ਉਸਦਾ ਪਤੀ ਜੰਗੀਰ ਸਿੰਘ ਘਰ ਆਇਆ ਤਾਂ ਉਹ ਕਹਿਣ ਲੱਗੀ ਕਿ ਅੱਜ ਆਪਣੇ ਰੋਬੀ ਦਾ ਫੋਨ ਆਇਆ ਸੀ। ਉਹ ਕਹਿੰਦਾ ਸੀ ਕਿ ਸਹਿਜ ਦਾ ਜਨਮ ਦਿਨ ਹੈ, ਉਸ ਲਈ ਮੈਂ ਤੁਹਾਨੂੰ ਲੈਣ ਆਵਾਂਗਾ। ਜੰਗੀਰ ਸਿੰਘ ਇਹ ਗੱਲ ਸੁਣ ਕੇ ਆਪਣੀ ਪਤਨੀ ਨੂੰ ਕਹਿਣ ਲੱਗਿਆ ਕਿ ਤੇਰੇ ਯਾਦ ਹੈ, ਪਿਛਲੇ ਸਾਲ ਆਪਣੇ ਪੁੱਤ ਦੇ ਜਨਮ ਦਿਨ ਤੇ ਆਪਣੇ ਪੁੱਤਰ ਨੇ ਆਪਾਂ ਨੂੰ ਬੁਲਾਇਆ ਸੀ। ਆਪਣੀ ਨੂੰਹ ਨੇ ਆਪਣੇ ਪੇਕੇ ਤੇ ਭੈਣਾਂ ਵੀ ਬੁਲਾਈਆਂ ਸਨ, ਪਰ ਰਸੋਈ ਦਾ ਸਾਰਾ ਕੰਮ ਤੇਰੇ ਤੋਂ ਕਰਵਾਇਆ ਸੀ। ਸ਼ਾਮ ਤੱਕ ਤੂੰ ਇੰਨਾ ਥੱਕ ਗਈ ਸੀ ਤੇ ਤੈਨੂੰ ਕਿੰਨਾ ਬੁਖਾਰ ਹੋ ਗਿਆ ਸੀ। ਉਸ ਤੋਂ ਬਾਅਦ ਤੇਰੇ ਪੁੱਤ ਨੂੰ ਨੇ ਤੇਰੀ ਬਾਤ ਵੀ ਨਹੀਂ ਪੁੱਛੀ ਸੀ। ਉਹ ਤੈਨੂੰ ਸਿਰਫ ਕੰਮ ਲਈ ਬੁਲਾਉਂਦੇ ਨੇ, ਪਰ ਤੂੰ ਪਤਾ ਨਹੀਂ ਕਿਉਂ ਹਰ ਵਾਰ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ। ਤਾਂ ਰਣਜੀਤ ਕੌਰ ਕਹਿਣ ਲੱਗੀ ਕਿ ਚਲੋ ਕੰਮ ਦੇ ਬਹਾਨੇ ਹੀ ਸਹੀ, ਆਪਣੇ ਪੁੱਤਰ ਨੂੰ ਆਪਾਂ ਨੂੰ ਯਾਦ ਤਾਂ ਕਰਦੇ ਨੇ। ਤਾਂ ਉਸਦਾ ਪਤੀ ਜੰਗੀਰ ਸਿੰਘ ਕਹਿੰਦਾ ਕਿ ਇਸ ਵਾਰ ਮੈਂ ਤੈਨੂੰ ਉੱਥੇ ਕੰਮ ਨਹੀਂ ਕਰਨ ਦੇਵਾਂਗਾ। ਆਪਾਂ ਕੱਲ ਨੂੰ ਨਹੀਂ, ਪਰਸੋਂ ਹੀ ਜਾਵਾਂਗੇ। ਜਦੋਂ ਉਹਨਾਂ ਨੇ ਜਨਮ ਦਿਨ ਦਾ ਕੇਕ ਕੱਟਣਾ ਹੋਇਆ। ਆਪਣੇ ਪਤੀ ਦੀ ਇਹ ਗੱਲ ਸੁਣ ਕੇ ਰਣਜੀਤ ਕੌਰ ਚੁੱਪ ਹੋ ਗਈ। ਉਸਨੇ ਕੋਈ ਜਵਾਬ ਨਾ ਦਿੱਤਾ। ਅਗਲੇ ਦਿਨ ਰਣਜੀਤ ਕੌਰ ਦੇ ਪੁੱਤਰ ਨੂੰ ਉਸ ਨੂੰ ਲੈਣ ਆ ਜਾਂਦੇ ਨੇ। ਰਣਜੀਤ ਕੌਰ ਉਹਨਾਂ ਦੇ ਆਉਂਦਿਆਂ ਤੱਕ ਘਰ ਦੇ ਕੰਮਾਂ ਵਿੱਚ ਲੱਗੀ ਹੋਈ ਸੀ। ਰਣਜੀਤ ਕੌਰ ਦਾ ਪੁੱਤਰ ਆਪਣੀ ਮਾਂ ਨੂੰ ਵੇਖ ਕੇ ਕਹਿੰਦਾ ਕਿ ਮਾਂ, ਜਦੋਂ ਮੈਂ ਤੁਹਾਨੂੰ ਕੱਲ ਫੋਨ ਕਰ ਦਿੱਤਾ ਸੀ ਕਿ ਮੈਂ ਤੁਹਾਨੂੰ ਲੈਣ ਆਵਾਂਗਾ ਤਾਂ ਤੁਸੀਂ ਅਜੇ ਤੱਕ ਵੀ ਤਿਆਰ ਨਹੀਂ ਹੋਏ। ਤਾਂ ਰਣਜੀਤ ਕੌਰ ਕਹਿਣ ਲੱਗੀ, ਪੁੱਤਰ, ਅਸੀਂ ਤੇਰੇ ਨਾਲ ਨਹੀਂ ਜਾ ਸਕਦੇ, ਅਸੀਂ ਕੇਕ ਕੱਟਣ ਦੇ ਮੌਕੇ ਤੇ ਹੀ ਆ ਜਾਵਾਂਗੇ। ਤਾਂ ਰਣਜੀਤ ਕੌਰ ਦੀ ਨੂੰਹ ਕਹਿਣ ਲੱਗੀ, ਨਹੀਂ ਮੰਮੀ ਜੀ, ਅਸੀਂ ਤੁਹਾਨੂੰ ਹੁਣੇ ਲੈ ਕੇ ਜਾਣਾ ਹੈ। ਪਰ ਰਣਜੀਤ ਕੌਰ ਨੇ ਕਿਹਾ ਕਿ ਨਹੀਂ ਪੁੱਤਰ, ਮੈਂ ਘਰ ਦੀ ਸਫਾਈ ਕਰ ਰਹੀ ਹਾਂ, ਦੀਵਾਲੀ ਵਿੱਚ ਥੋੜੇ ਦਿਨ ਰਹਿੰਦੇ ਨੇ, ਇਸ ਲਈ ਮੇਰੇ ਤੋਂ ਅੱਜ ਨਹੀਂ ਜਾਇਆ ਜਾਣਾ। ਜਦੋਂ ਰਣਜੀਤ ਕੌਰ ਦੀ ਨੂੰਹ ਨੇ ਇਹ ਗੱਲ ਸੁਣੀ ਤਾਂ ਉਹ ਆਪਣੇ ਪਤੀ ਨੂੰ ਕਹਿਣ ਲੱਗੀ, ਚਲੋ ਜੀ,
ਤੁਸੀਂ ਹੀ ਕਹਿੰਦੇ ਸੀ ਕਿ ਮੰਮੀ ਨੇ ਆਪਾਂ ਨੂੰ ਮਨਾ ਨਹੀਂ ਕਰਨਾ, ਪਰ ਦੇਖੋ ਮੰਮੀ ਤਾਂ ਮੌਕੇ ਤੇ ਜਵਾਬ ਦੇ ਗਏ, ਆਪਾਂ ਜਾ ਕੇ ਖਾਣ ਪੀਣ ਅਤੇ ਜਨਮ ਦਿਨ ਦੀ ਤਿਆਰੀ ਵੀ ਕਰਨੀ ਹੈ। ਰਣਜੀਤ ਕੌਰ ਅਤੇ ਉਸ ਦਾ ਪਤੀ ਸਮਝ ਗਏ ਕਿ ਉਹਨਾਂ ਦੀ ਨੂੰਹ ਔਖੀ ਭਾਰੀ ਹੋ ਗਈ ਹੈ। ਰਣਜੀਤ ਕੌਰ ਦੇ ਨੂੰਹ ਪੁੱਤ ਵਾਪਸ ਚਲੇ ਗਏ। ਹੁਣ ਰਣਜੀਤ ਕੌਰ ਦੀ ਨੂੰਹ ਦੇ ਹੱਥਾਂ ਪੈਰਾਂ ਦੀ ਪੈ ਗਈ। ਉਸਨੇ ਸੋਚਿਆ ਕਿ ਮੈਂ ਤਾਂ ਰਿਸ਼ਤੇਦਾਰ ਵੀ ਬੁਲਾ ਲਏ ਨੇ, ਹੁਣ ਇੰਨਿਆਂ ਦਾ ਖਾਣਾ ਮੈਂ ਇਕੱਲੀ ਕਿਵੇਂ ਬਣਾਵਾਂਗੀ। ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਕਿ ਮੰਮੀ ਜੀ, ਭਾਬੀ ਨੂੰ ਭੇਜ ਦਿਓ, ਮੇਰੇ ਤੋਂ ਸਾਰਿਆਂ ਦਾ ਖਾਣਾ ਨਹੀਂ ਬਣਨਾ। ਤਾਂ ਉਸਦੀ ਮੰਮੀ ਕਹਿਣ ਲੱਗੀ ਕਿ ਤੇਰੀ ਭਾਬੀ ਨਹੀਂ ਆਵੇਗੀ, ਬਾਕੀ ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਤੂੰ ਗੱਲ ਕਰਕੇ ਵੇਖ ਲਾ। ਜਦੋਂ ਉਸਨੇ ਆਪਣੀ ਭਰਜਾਈ ਨੂੰ ਫੋਨ ਕੀਤਾ ਤਾਂ ਉਸਦੀ ਭਰਜਾਈ ਅੱਗੋਂ ਕਹਿੰਦੀ ਕਿ ਦੀਦੀ, ਮੇਰੇ ਤੋਂ ਇੰਨੇ ਮਹਿਮਾਨਾਂ ਦਾ ਖਾਣਾ ਨਹੀਂ ਬਣਨਾ, ਮੈਂ ਤਾਂ ਕੱਲ ਨੂੰ ਹੀ ਆਵਾਂਗੀ। ਹੁਣ ਉਸ ਨੂੰ ਸਮਝ ਆ ਗਈ ਸੀ ਕਿ ਜਿਸ ਸੱਸ ਨੂੰ ਮੈਂ ਸਿਰਫ ਕੰਮ ਵੇਲੇ ਬੁਲਾਉਂਦੀ ਸੀ, ਉਹਦੇ ਮਨਾ ਕਰਨ ਤੇ ਮੇਰੇ ਨਾਲ ਕੋਈ ਵੀ ਨਹੀਂ ਖੜਾ। ਸਾਰੇ ਮੇਰੇ ਕੋਲ ਖਾਣ ਪੀਣ ਤੇ ਐਸ਼ ਕਰਨ ਲਈ ਹੀ ਆਉਂਦੇ ਨੇ। ਉਸਨੇ ਫਟਾਫਟ ਖਾਣੇ ਦੀ ਤਿਆਰੀ ਸ਼ੁਰੂ ਕੀਤੀ। 2-3 ਸਬਜ਼ੀਆਂ ਬਣਾਉਣੀਆਂ ਸੀ, ਉਹਨਾਂ ਲਈ ਮਸਾਲਾ ਤਿਆਰ ਕੀਤਾ ਅਤੇ ਹੋਰ ਵੀ ਜੋ ਜੋ ਬਣਾਉਣਾ ਸੀ ਉਸ ਦੀ ਤਿਆਰੀ ਵਿੱਚ ਜੁਟ ਗਈ। ਤਿਆਰੀ ਕਰਦੇ ਕਰਦੇ ਉਸ ਨੂੰ ਸ਼ਾਮ ਹੋ ਗਈ। ਰਣਜੀਤ ਕੌਰ ਦੀ ਨੂੰਹ, ਜਿਹੜੀ ਕਿ ਆਪਣੀ ਸੱਸ ਦੇ ਸਿਰ ਤੇ ਸਾਰਾ ਕੰਮ ਛੱਡ ਕੇ ਆਪ ਟਾਈਮ ਨਾਲ ਹੀ ਪਾਰਲਰ ਦੇ ਵਿੱਚ ਤਿਆਰ ਹੋਣ ਚਲੀ ਜਾਂਦੀ ਸੀ ਅਤੇ ਜਨਮ ਦਿਨ ਦੀ ਪਾਰਟੀ ਤੇ ਸਿਰਫ ਆਏ ਮਹਿਮਾਨਾਂ ਨਾਲ ਗੱਪ-ਸ਼ੱਪ ਕਰਦੀ ਸੀ ਅਤੇ ਆਪਣੀ ਸੱਸ ਨੂੰ ਸਾਰਾ ਦਿਨ ਰਸੋਈ ਵਿੱਚ ਖੜਾਈ ਰੱਖਦੀ ਸੀ। ਅੱਜ ਉਸ ਕੋਲ ਨਹਾਉਣ ਦਾ ਵੀ ਸਮਾਂ ਨਹੀਂ ਸੀ। ਸ਼ਾਮ ਦੇ ਸਮੇਂ ਮਹਿਮਾਨ ਆਉਣੇ ਸ਼ੁਰੂ ਹੋ ਗਏ, ਪਰ ਰਣਜੀਤ ਕੌਰ ਦੀ ਨੂੰਹ ਖਿੱਲਰੇ ਹੋਏ ਵਾਲਾਂ ਨਾਲ ਰਸੋਈ ਵਿੱਚ ਹੀ ਕੰਮ ਕਰ ਰਹੀ ਸੀ। ਜੰਗੀਰ ਸਿੰਘ ਤੇ ਰਣਜੀਤ ਕੌਰ ਜਦੋਂ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦੀ ਨੂੰਹ ਅਜੇ ਤੱਕ ਰਸੋਈ ਵਿੱਚ ਹੈ। ਤਾਂ ਰਣਜੀਤ ਕੌਰ ਤੋਂ ਫਿਰ ਨਾ ਰਿਹਾ ਗਿਆ। ਉਹ ਆਈ ਅਤੇ ਆ ਕੇ ਕਹਿਣ ਲੱਗੀ, ਧੀਏ, ਤੂੰ ਅਜੇ ਤੱਕ ਤਿਆਰ ਨਹੀਂ ਹੋਈ? ਰਿਸ਼ਤੇਦਾਰ ਤਾਂ ਸਾਰੇ ਆ ਰਹੇ ਨੇ। ਤਾਂ ਉਹ ਕਹਿਣ ਲੱਗੀ ਕਿ ਮੰਮੀ ਜੀ, ਮੇਰੇ ਤੋਂ ਹਜੇ ਖਾਣਾ ਹੀ ਨਹੀਂ ਬਣਿਆ। ਤਾਂ ਰਣਜੀਤ ਕੌਰ ਕਹਿਣ ਲੱਗੀ, ਚੱਲ ਏਦਾਂ ਕਰ, ਤੂੰ ਫਟਾਫਟ ਨਹਾ ਕੇ ਤਿਆਰ ਹੋ ਜਾ, ਜੋ ਕੰਮ ਰਹਿੰਦਾ ਹੈ ਉਹ ਮੈਂ ਵੇਖ ਲੈਂਦੀ ਹਾਂ। ਭਾਵੇਂ ਜੰਗੀਰ ਸਿੰਘ ਨੇ ਅੱਖਾਂ ਰਾਹੀਂ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਰਣਜੀਤ ਕੌਰ ਆਪਣੀ ਆਦਤ ਤੋਂ ਬਾਜ਼ ਨਾ ਆ ਸਕੀ। ਉਸ ਤੋਂ ਆਪਣੀ ਨੂੰਹ ਦੀ ਇਹ ਹਾਲਤ ਵੇਖੀ ਨਾ ਗਈ, ਇਸ ਲਈ ਉਸਨੇ ਰਸੋਈ ਸਾਂਭ ਲਈ। ਹੁਣ ਤੱਕ ਰਣਜੀਤ ਕੌਰ ਦੀ ਨੂੰਹ ਨਹਾ ਕੇ ਤਿਆਰ ਹੋ ਚੁੱਕੀ ਸੀ ਅਤੇ ਉਸਦੇ ਪੇਕੇ ਅਤੇ ਭੈਣਾਂ ਵੀ ਆ ਗਈਆਂ ਸਨ। ਰਣਜੀਤ ਕੌਰ ਨੇ ਸਾਰਾ ਕੰਮ ਸਾਂਭ ਲਿਆ ਸੀ। ਰਣਜੀਤ ਕੌਰ ਦੀ ਨੂੰਹ ਆਪਣੀ ਸੱਸ ਨਾਲ ਰਿਸ਼ਤੇਦਾਰਾਂ ਨੂੰ ਕੋਲਡ ਡਰਿੰਕ ਵਰਤਾ ਰਹੀ ਸੀ। ਫਿਰ ਉਸਨੇ ਆਪਣੀ ਸੱਸ ਨਾਲ ਮਿਲ ਕੇ ਚਾਹ ਬਣਾਈ ਅਤੇ ਰਿਸ਼ਤੇਦਾਰਾਂ ਨੂੰ ਚਾਹ ਪਿਲਾਈ। ਉਸ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਆਪਣੇ ਗੁਆਂਢੀਆਂ ਦੀ ਜੋ ਕੰਮ ਵਾਲੀ ਹੈ ਉਸ ਨੂੰ ਫੋਨ ਕਰ ਦਿਓ, ਰੋਟੀ ਉਹ ਬਣਾ ਲਵੇਗੀ, ਸਬਜ਼ੀਆਂ ਵਗੈਰਾ ਤਿਆਰ ਨੇ। ਮੌਕੇ ਤੇ ਕੰਮ ਵਾਲੀ ਬੁਲਾਈ ਜਾਂਦੀ ਹੈ ਅਤੇ ਉਹ ਰੋਟੀ ਬਣਾ ਦਿੰਦੀ ਹੈ। ਰਣਜੀਤ ਕੌਰ ਤੇ ਉਸਦੀ ਨੂੰਹ ਸਾਰੇ ਮਹਿਮਾਨਾਂ ਨੂੰ ਟਾਈਮ ਨਾਲ ਰੋਟੀ ਖਵਾ ਕੇ ਉਸ ਤੋਂ ਬਾਅਦ ਕੇਕ ਕੱਟ ਕੇ ਵਿਹਲੀਆਂ ਹੋ ਜਾਂਦੀਆਂ ਨੇ। ਪਾਰਟੀ 2-3 ਘੰਟੇ ਤੱਕ ਚੱਲੀ। ਸਾਰੇ ਰਿਸ਼ਤੇਦਾਰ ਉਸਦੇ ਪੁੱਤਰ ਨੂੰ ਵਧਾਈਆਂ ਅਤੇ ਗਿਫਟ ਦੇ ਕੇ ਖਾਣਾ ਖਾ ਕੇ ਚੱਲਦੇ ਬਣੇ, ਪਰ ਰਣਜੀਤ ਕੌਰ ਦੀ ਨੂੰਹ ਦੇ ਪੇਕੇ ਅਤੇ ਭੈਣਾਂ ਅਜੇ ਤੱਕ ਗੱਪ-ਸ਼ੱਪ ਕਰ ਰਹੇ ਸਨ। ਤਾਂ ਰਣਜੀਤ ਕੌਰ ਦੀ ਨੂੰਹ ਨੇ ਆਪਣੇ ਭੈਣਾਂ, ਭਰਜਾਈਆਂ ਅਤੇ ਮਾਂ ਨੂੰ ਕਿਹਾ ਕਿ ਤੁਸੀਂ ਟਾਈਮ ਨਾਲ ਵਿਦਾ ਹੋਵੋ, ਉਸ ਤੋਂ ਬਾਅਦ ਮੈਂ ਆਰਾਮ ਵੀ ਕਰਨਾ ਹੈ, ਕਿਉਂਕਿ ਉਸ ਨੂੰ ਸਮਝ ਆ ਗਈ ਸੀ ਕਿ ਇਹ ਸਿਰਫ ਮੇਰੇ ਘਰ ਖਾਣ ਹੀ ਆਉਂਦੇ ਨੇ ਤੇ ਜਦੋਂ ਅੱਜ ਮੈਨੂੰ ਇਹਨਾਂ ਦੀ ਲੋੜ ਪਈ ਤਾਂ ਇਹਨਾਂ ਨੇ ਮੇਰੇ ਨਾਲ ਕੰਮ ਵਿੱਚ ਥੋੜ੍ਹੀ ਜਿਹੀ ਵੀ ਮਦਦ ਨਹੀਂ ਕਰਵਾਈ। ਅਤੇ ਜਿਹੜੀ ਸੱਸ ਨੂੰ ਮੈਂ ਵਿਹਲੜ ਸਮਝਦੀ ਸੀ, ਕਦੇ ਮੈਂ ਉਸ ਦੀ ਬਾਤ ਨਹੀਂ ਸੀ ਪੁੱਛੀ ਤੇ ਐਂਡ ਤੇ ਉਹੀ ਮੇਰੇ ਕੰਮ ਆਈ। ਉਹ ਆਪਣੀਆਂ ਭੈਣਾਂ ਅਤੇ ਪੇਕਿਆਂ ਨੂੰ ਵਿਦਾ ਕਰਕੇ ਆਪਣੀ ਸੱਸ ਕੋਲ ਆਈ ਅਤੇ ਕਹਿਣ ਲੱਗੀ, ਮੰਮੀ ਜੀ, ਮੈਨੂੰ ਮਾਫ਼ ਕਰ ਦਿਓ, ਮੈਂ ਬੜੀ ਖੁਦਗਰਜ਼ ਸੀ ਅਤੇ ਮੈਨੂੰ ਮੇਰੀ ਖੁਦਗਰਜ਼ੀ ਦਾ ਜਵਾਬ ਮਿਲ ਗਿਆ ਹੈ। ਮੈਂ ਅੱਜ ਤੋਂ ਬਾਅਦ ਕਦੇ ਵੀ ਤੁਹਾਨੂੰ ਸਿਰਫ ਕੰਮ ਲਈ ਨਹੀਂ ਬੁਲਾਵਾਂਗੀ। ਹੁਣ ਤੁਸੀਂ ਸਾਡੇ ਨਾਲ ਸ਼ਹਿਰ ਵਿੱਚ ਹੀ ਰਹੋਗੇ, ਕਿਉਂਕਿ ਜੋ ਸੁੱਖ ਮੈਨੂੰ ਤੁਹਾਡੇ ਨਾਲ ਰਹਿ ਕੇ ਹੈ ਉਹ ਤੁਹਾਡੇ ਤੋਂ ਦੂਰ ਰਹਿ ਕੇ ਨਹੀਂ ਮਿਲ ਸਕਦਾ।
ਭਾਵੇਂ ਕਿ ਹੁਣ ਤੱਕ ਮੈਂ ਤੁਹਾਨੂੰ ਸਵਾਰਥ ਲਈ ਬੁਲਾਉਂਦੀ ਰਹੀ, ਪਰ ਹੁਣ ਤੁਸੀਂ ਮੇਰੀ ਗੱਲ ਦਾ ਯਕੀਨ ਕਰਿਓ ਕਿ ਤੁਹਾਨੂੰ ਇਸ ਘਰ ਵਿੱਚ ਰੱਖਣ ਲਈ ਮੇਰਾ ਕੋਈ ਸਵਾਰਥ ਨਹੀਂ ਆ, ਬਲਕਿ ਮੈਂ ਸਮਝ ਗਈ ਹਾਂ ਕਿ ਵਿਆਹ ਤੋਂ ਬਾਅਦ ਇੱਕ ਕੁੜੀ ਦਾ ਅਸਲੀ ਘਰ ਕਿਹੜਾ ਹੁੰਦਾ ਹੈ। ਮੈਂ ਸਾਰਾ ਦਿਨ ਜਿਹੜੇ ਪੇਕਿਆਂ 'ਤੇ ਮਾਣ ਕਰਦੀ ਸੀ, ਮੈਨੂੰ ਉਹਨਾਂ ਦੀ ਲੋੜ ਪਈ ਤਾਂ ਉਹਨਾਂ ਨੇ ਮੇਰੀ ਇੱਕ ਦਿਨ ਵੀ ਮਦਦ ਨਹੀਂ ਕੀਤੀ, ਪਰ ਤੁਸੀਂ ਤਾਂ ਬਿਨਾਂ ਸਵਾਰਥ ਦੇ ਸਾਰਾ ਦਿਨ ਆ ਕੇ ਮੇਰੀ ਰਸੋਈ ਵਿੱਚ ਕੰਮ ਕਰਦੇ ਰਹੇ। ਮੈਂ ਤੁਹਾਡਾ ਦੇਣ ਸਾਰੀ ਉਮਰ ਨਹੀਂ ਦੇ ਸਕਦੀ। ਜੰਗੀਰ ਸਿੰਘ ਆਪਣੀ ਨੂੰਹ ਦਾ ਇਹ ਬਦਲਿਆ ਹੋਇਆ ਰੂਪ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਉਹ ਰਣਜੀਤ ਕੌਰ ਨੂੰ ਕਹਿ ਰਿਹਾ ਸੀ ਕਿ ਜੇ ਤੂੰ ਛੋਟਾ ਜਿਹਾ ਸਟੈਂਡ ਨਾ ਲਿਆ ਹੁੰਦਾ ਤਾਂ ਅੱਜ ਤੇਰੀ ਨੂੰਹ ਨੂੰ ਇਸ ਗੱਲ ਦਾ ਕਦੇ ਵੀ ਅਹਿਸਾਸ ਨਹੀਂ ਸੀ ਆਉਣਾ ਅਤੇ ਉਸ ਨੂੰ ਸਮਝ ਨਹੀਂ ਸੀ ਹੋਣੀ ਅਤੇ ਜੰਗੀਰ ਸਿੰਘ ਨੇ ਆਪਣੀ ਨੂੰਹ ਨੂੰ ਕਿਹਾ ਕਿ ਪੁੱਤ, ਮੈਂ ਬਸ ਇਹੀ ਚਾਹੁੰਦਾ ਸੀ ਕਿ ਤੈਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ। ਬਾਕੀ ਅਸੀਂ ਪੁੱਤ ਪਿੰਡ ਵੀ ਰਹਿ ਸਕਦੇ ਹਾਂ, ਕਿਉਂਕਿ ਅਸੀਂ ਤੁਹਾਡੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਾ ਚਾਹੁੰਦੇ। ਪਰ ਉਹਨਾਂ ਦੀ ਨੂੰਹ ਕਹਿਣ ਲੱਗੀ ਕਿ ਨਹੀਂ ਮੰਮੀ ਪਾਪਾ, ਤੁਹਾਡੇ ਰਹਿਣ ਨਾਲ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਹੁੰਦੀ। ਸਾਨੂੰ ਤੁਹਾਡੇ ਆਸ਼ੀਰਵਾਦ ਅਤੇ ਪਿਆਰ ਦੀ ਲੋੜ ਹੈ। ਤਾਂ ਉਹਨਾਂ ਦਾ ਲੜਕਾ ਵੀ ਆਪਣੇ ਮੰਮੀ ਪਾਪਾ ਨੂੰ ਆਪਣੇ ਨਾਲ ਰਹਿਣ ਲਈ ਮਨਾ ਲੈਂਦਾ ਹੈ। ਹੁਣ ਰਣਜੀਤ ਕੌਰ ਅਤੇ ਜੰਗੀਰ ਸਿੰਘ ਪਿੰਡ ਵਾਲੇ ਘਰ ਵਿੱਚੋਂ ਆਪਣਾ ਲੋੜੀਂਦਾ ਸਮਾਨ ਲੈ ਕੇ ਆਪਣੇ ਪੁੱਤਰ ਕੋਲ ਸ਼ਹਿਰ ਵਿੱਚ ਸ਼ਿਫਟ ਹੋ ਗਏ ਸੀ। ਹਾਂਜੀ ਦੋਸਤੋ, ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ? ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਣਾ। ਚੈਨਲ 'ਤੇ ਆਉਣ ਲਈ ਅਤੇ ਪੂਰੀ ਕਹਾਣੀ ਸੁਣਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ। ਮਿਲਾਂਗੇ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੱਸਦੇ ਰਹੋ, ਵਸਦੇ ਰਹੋ। ਪਰਮਾਤਮਾ ਸਾਰਿਆਂ ਦੇ ਘਰ ਖੁਸ਼ੀਆਂ ਲੈ ਕੇ ਆਵੇ।